ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਪ੍ਰਵੀਨ ਸ਼ਰਮਾ। ਤੁਸੀਂ ਦੇਖ ਰਹੇ ਹੋ ਸੀਪੀਸੀ ਟੀਵੀ ਦੀ ਖਾਸ ਪੇਸ਼ਕਸ਼ ਟੀਕਾ ਟਿੱਪਣੀ। ਬੇਸ਼ੱਕ ਰੂਸ ਤੇ ਯੂਕਰੇਨ ਦੇ ਦਰਮਿਆਨ ਜੋ ਜੰਗ ਚੱਲ ਰਹੀ ਹੈ, ਇਸੇ ਦਰਮਿਆਨ ਬਹੁਤ ਸਾਰੀਆਂ ਖਬਰਾਂ ਰੂਸ ਯੂਕਰੇਨ ਦੀਆਂ ਸਹਿਮਤੀ ਦੀਆਂ ਬਾਰੇ, ਪਰਮਾਣੂ ਹਥਿਆਰਾਂ ਬਾਰੇ ਆ ਰਹੀਆਂ ਨੇ। ਪਰ ਸਾਡੀ ਅੱਖ ਉਹਨਾਂ ਖਬਰਾਂ ਤੇ ਹੈ, ਜਾਂ ਸਾਡੇ ਕੰਨ ਉਹਨਾਂ ਖਬਰਾਂ ਤੇ ਜ਼ਿਆਦਾ ਟਿਕਦੇ ਨੇ ਜਿੱਥੇ ਸਾਡੇ ਭਾਰਤੀ ਵਿਦਿਆਰਥੀਆਂ ਦਾ ਜ਼ਿਕਰ ਆ ਜਾਂਦਾ ਹੈ। ਭਾਰਤੀ ਵਿਦਿਆਰਥੀਆਂ ਦੀ ਗੱਲਬਾਤ ਕਰਾਂਗੇ। ਅਰਮੀਨੀਆ ਸਰਹੱਦ ਤੇ ਕੀ ਹਾਲਾਤ ਨੇ, ਭਾਰਤ ਸਰਕਾਰ ਦੀ ਪਹੁੰਚ ਪੇਸ਼ਬੰਦੀਆਂ ਕਿੱਥੇ ਖੜੀਆਂ ਨੇ, ਖਾਸ ਕਰਕੇ ਜਿਹੜੀਆਂ ਹਿੰਸਾ ਕਰਨ ਵਾਲੀਆਂ ਖਬਰਾਂ ਨੇ, ਸਭ ਨੂੰ ਡਰਾ ਦੇਣ ਵਾਲੀਆਂ ਨੇ। ਚਰਚਾ ਉਹਦੇ 'ਤੇ ਕਰਾਂਗੇ। ਉਸ ਤੋਂ ਬਾਅਦ ਕਰਨਾਟਕ ਵੱਲ ਨੂੰ ਚੱਲਾਂਗੇ, ਗੱਲ ਕਰਾਂਗੇ ਇੱਕ ਹੋਰ ਸਿੱਖ ਬੱਚੇ ਨੂੰ ਦਾਖਲੇ ਤੋਂ ਇਨਕਾਰ ਕੀਤਾ ਗਿਆ। ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਵੱਲ ਨੂੰ ਪਰਤਾਂਗੇ। ਸਿਆਸਤਦਾਨ ਬੇਸ਼ੱਕ ਬਦਨਾਮ ਹੁੰਦੇ ਨੇ ਦੂਜਿਆਂ ਦੇ ਪਰਚੇ ਪਾਉਣ ਖਾਤਰ, ਪਰ ਚੋਣ ਜ਼ਾਬਤੇ ਦੌਰਾਨ ਕਿੰਨੇ ਸਿਆਸਤਦਾਨਾਂ ਤੇ ਪਰਚੇ ਪਏ, ਕਿਹੜੇ ਕਾਰਨਾਂ ਕਰਕੇ, ਚਰਚਾ ਜ਼ਰੂਰ ਕਰਾਂਗੇ। ਜੁੜਦੇ ਹਾਂ ਪਹਿਲਾਂ ਮਿੰਟੂ ਗੁਰਸੇਗਾ ਜੀ ਦੇ ਨਾਲ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਰੂਸ ਯੂਕਰੇਨ ਦੇ ਦਰਮਿਆਨ ਜੋ ਜੰਗ ਚੱਲ ਰਹੀ ਹੈ, ਹਰ ਵਿਸ਼ਲੇਸ਼ਣ ਆਪਣੇ ਐਂਗਲ ਤੋਂ ਹੈ। ਕੌਮਾਂਤਰੀ ਕੂਟਨੀਤੀ ਜਾਂ ਜੀਓ ਪੋਲਿਟਿਕਸ ਦੇ ਲਿਹਾਜ਼ ਦੇ ਨਾਲ, ਭਾਰਤ ਦੇ ਸਟਾਂਸ ਦੇ ਲਿਹਾਜ਼ ਦੇ ਨਾਲ, ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਪੱਖਾਂ ਤੋਂ ਇਹਨੂੰ ਪੜਚੋਲਿਆ ਜਾ ਸਕਦਾ ਹੈ। ਪਰ ਮੇਰਾ ਜਿਹੜਾ ਪ੍ਰਸ਼ਨ ਹੈ ਉਹ ਸਿਰਫ ਤੇ ਸਿਰਫ ਭਾਰਤੀ ਵਿਦਿਆਰਥੀਆਂ ਦੇ ਜਾਂ ਉੱਥੇ ਫਸੇ ਭਾਰਤੀਆਂ ਦੇ, ਕਿਉਂਕਿ ਅੱਜ ਮੈਂ ਪੜ੍ਹ ਰਿਹਾ ਸੀ ਬਹੁਤੇ ਵਰਕ ਪਰਮਿਟ ਤੇ ਗਏ ਨੇ, ਵਰਕ ਵੀਜ਼ੇ ਤੇ ਬਹੁਤ ਭਾਰਤੀ ਗਏ ਹੋਏ ਨੇ। ਕੀ ਨੇ ਉੱਥੋਂ ਦੇ ਹਾਲਾਤ? ਖਾਸ ਕਰਕੇ ਮਿੰਟੂ ਜੀ, ਵੀਡੀਓ ਜੋ ਹੈ ਆ ਰਹੀਆਂ ਨੇ ਬੜੀਆਂ ਡਰਾਵਣੀਆਂ ਨੇ। ਦੇਖੋ, ਕੀ ਹੁੰਦਾ ਹੈ ਕਿ ਜੰਗ ਹਮੇਸ਼ਾ ਹੁਕਮਰਾਨ ਛੇੜਦਾ ਹੈ ਜੀ, ਔਰ ਜੰਗ ਭੁਗਤਦਾ ਹਮੇਸ਼ਾ ਆਵਾਮ ਆ। ਜੀ ਬਿਲਕੁਲ, ਕੋਈ ਸ਼ੱਕ ਨਹੀਂ। ਸੋ ਨਾ ਤੇ ਲੋਕ ਜੰਗ ਛੇੜਦੇ ਆ, ਨਾ ਹੀ ਫਿਰ ਉਹਨਾਂ ਦੇ ਆਖੇ ਜੰਗੇ ਖਤਮ ਹੁੰਦੇ ਆ। ਜੀ, ਛੇੜਨ ਵਾਲੇ ਵੀ ਹੋਰ ਔਰ ਉਹਨੂੰ ਖਤਮ ਕਰਨ ਵਾਲੇ ਵੀ ਹੁਕਮਰਾਨ ਲੋਕ ਹੁੰਦੇ ਆ। ਉਹਨਾਂ ਦੇ ਆਪੋ ਆਪਣੇ ਮੁਫਾਦ ਹੁੰਦੇ ਨੇ, ਆਪੋ ਆਪਣੀਆਂ ਲਾਲਸਾਵਾਂ ਹੁੰਦੀਆਂ ਨੇ। ਯੁੱਧ ਦੇ ਕਈ ਕਾਰਨ ਹੁੰਦੇ ਆ। ਹਾਂਜੀ, ਕਈ ਵਾਰ ਧੱਕੇ ਚੋਂ ਵੀ ਯੁੱਧ ਨਿਕਲ ਆਉਂਦਾ। ਫਸਟ ਵਰਲਡ ਵਾਰ ਦੀ ਸੰਧੀ ਜਿਹੜੀ ਆ ਉਹ ਸੈਕੰਡ ਵਰਲਡ ਵਾਰ ਨੂੰ ਜਨਮ ਦੇ ਗਈ ਸੀਗੀ ਜੀ, ਨਾ ਭੁੱਲਣੀ ਉਹ ਗੱਲ ਆ। ਖੈਰ, ਦੇਖੋ, ਜਿੱਥੋਂ ਤੱਕ ਸਵਾਲ ਹੈ ਕਿ ਬੱਚੇ ਜਿਹੜੇ ਸਟੂਡੈਂਟ ਵੀਜ਼ੇ ਤੇ ਗਏ ਨੇ ਜਾਂ ਜਿਹੜੇ ਵਰਕ ਪਰਮਿਟ ਤੇ ਗਏ ਨੇ ਜਾਂ ਜਿਹੜੇ ਉੱਥੇ ਲੰਬੇ ਸਮੇਂ ਤੋਂ ਰਹਿ ਰਹੇ ਨੇ, ਹਾਂਜੀ, ਉਹ ਤੇ ਵੇਖੋ ਪ੍ਰਭਾਵਿਤ ਹੋਣਗੇ ਨਾ। ਕਿਉਂਕਿ ਜਦੋਂ ਉੱਥੋਂ ਦੇ ਲੋਕ ਜਿਹੜੇ ਉੱਥੋਂ ਦੇ ਮੂਲ ਵਸਿੰਦੇ ਨੇ ਉਹ ਹੀ ਬਹੁਤ ਜ਼ਿਆਦਾ ਭੁਗਤ ਭੋਗੀ ਹੋ ਗਏ ਆ। ਹੁਣ ਤੇ ਇੱਥੋਂ ਤੱਕ ਖਬਰਾਂ ਨੇ ਕਿ ਵਾਰ ਕ੍ਰਾਈਮ ਵੀ ਸਾਹਮਣੇ ਆ ਰਹੇ ਆ। ਉਹ ਅੱਛਾ, ਵਾਰ ਕ੍ਰਾਈਮ ਤੋਂ ਭਾਵ ਕੀ ਹੈ ਕਿ ਜਦੋਂ ਫੌਜਾਂ ਨਿਰਦੋਸ਼ ਬੰਦਿਆਂ ਨੂੰ ਨਿਸ਼ਾਨਾ ਬਣਾਉਣਾ ਸਟਾਰਟ ਕਰ ਦਿੰਦੀਆਂ ਨੇ। ਮਤਲਬ ਕਿ ਇੱਕ ਦੱਸ ਰਿਹਾ ਸੀਗਾ ਉੱਥੋਂ ਦਾ ਵਸਿੰਦਾ ਕਿ ਇੱਕ ਘਰ ਨੂੰ ਹੀ ਖਤਮ ਕਰ ਦਿੱਤਾ ਗਿਆ। ਉਹ ਅੱਛਾ, ਜਦੋਂ ਇੱਕ ਸ਼ਹਿਰ ਦੇ ਵਿੱਚ ਰਸ਼ੀਅਨ ਫੌਜਾਂ ਦਾਖਲ ਹੋ ਗਈਆਂ ਤੇ ਉਹਨਾਂ ਨੇ ਮਤਲਬ ਕਿ ਇੱਕ ਯੂਕਰੇਨੀ ਪਰਿਵਾਰ ਨੂੰ ਖਤਮ ਕਰ ਦਿੱਤਾ। ਇਹ ਸਿੱਧਾ ਵਾਰ ਕ੍ਰਾਈਮ ਆ। ਵਾਰ ਚਲੋ ਹੁੰਦੇ ਆ, ਹੋਣੇ ਨਹੀਂ ਚਾਹੀਦੇ, ਪਰ ਉਹਦੇ 'ਚ ਜਦੋਂ ਇਸ ਤਰ੍ਹਾਂ ਮਿੱਥ ਕੇ ਕਤਲੇਆਮ ਹੋਣ ਲੱਗ ਜੇ ਉਹਨੂੰ ਵਾਰ ਕ੍ਰਾਈਮ ਕਹਿੰਦੇ ਨੇ। ਦੂਜੀ ਚੀਜ਼ ਕਿ ਜਿਹੜੇ ਹੁਣ ਉੱਥੇ ਰਹਿ ਰਹੇ ਲੋਕ ਨੇ, ਜਿਹੜੇ ਮੂਲ ਤੌਰ 'ਤੇ ਉੱਥੋਂ ਦੇ ਨਹੀਂ ਹੈ, ਮਤਲਬ ਕਿ ਚਾਹੇ ਉਹ ਸਟੂਡੈਂਟ ਨੇ, ਚਾਹੇ ਉਹ ਕਿਸੇ ਹੋਰ ਮੁਲਕ ਦੇ ਨਾਗਰਿਕ ਨੇ, ਉਹ ਕਸੂਤੇ ਫਸ ਗਏ। ਔਰ ਸਭ ਤੋਂ ਜ਼ਿਆਦਾ ਕਸੂਤੇ ਫਸ ਗਏ ਆ ਇੰਡੀਅਨ ਨਾਗਰਿਕ। ਠੀਕ ਹੈ, ਜਿਹੜੇ ਕਿ ਸਟੂਡੈਂਟ ਦੇ ਰੂਪ ਦੇ ਵਿੱਚ ਨੇ ਜਾਂ ਵਰਕ ਵੀਜ਼ਾ ਜਿੱਦਾਂ ਤੁਸੀਂ ਕਿਹਾ ਕਿ ਉਹਦੇ ਰੂਪ 'ਚ ਨੇ। ਉਹਦਾ ਪ੍ਰਵੀਨ ਜੀ ਦੇਖੋ, ਇਸ ਟਾਈਮ ਜੋ ਤੱਤਸਾਰ ਹੈ, ਤੱਤਸਾਰ ਉਸ ਕਹਾਣੀ ਦਾ ਇਹ ਆ ਕਿ ਇੰਡੀਆ, ਤੁਹਾਨੂੰ ਪਤਾ ਹੀ ਹੈ, UNSC ਦੇ ਵਿੱਚ, ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਊਂਸਲ ਦੇ ਵਿੱਚ ਐਬਸਟੇਨ ਸੀਗਾ। ਮਤਲਬ ਕਿ ਉਸਨੇ ਬੜੀ ਚਲਾਕੀ ਦੇ ਨਾਲ, ਵੈਸੇ ਕੂਟਨੀਤੀ ਹੁੰਦੀ ਹਰੇਕ ਮੁਲਕ ਦੀ, ਉਹ ਆਜ਼ਾਦ ਹੈ ਆਪਣੀ ਕੂਟਨੀਤੀ ਤੈਅ ਕਰਨ ਵਾਸਤੇ, ਤਾਂ ਇਹਨਾਂ ਨੇ ਬੜੀ ਚਲਾਕੀ ਦੇ ਨਾਲ ਜਦੋਂ ਰਸ਼ੀਆ ਦੇ ਉਲਟ ਰੈਜ਼ੋਲੂਸ਼ਨ ਲਿਆਂਦਾ ਗਿਆ ਤਾਂ ਇਹਨਾਂ ਨੇ ਬੜੀ ਚਲਾਕੀ ਦੇ ਨਾਲ ਆਪਣਾ ਸਟਾਂਸ ਜਿਹੜਾ ਇਹ ਰੱਖ ਲਿਆ ਕਿ ਅਸੀਂ ਨਾ ਇੱਧਰ ਵੋਟ ਕਰਾਂਗੇ ਨਾ ਉੱਧਰ ਕਰਾਂਗੇ। ਠੀਕ ਹੈ, ਨਾ ਰੂਸ ਦੇ ਪੱਖ 'ਚ ਨਾ ਵਿਰੋਧ 'ਚ। ਹਾਂਜੀ, ਪਰ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪ੍ਰੋ ਰਸ਼ੀਅਨ ਸਟਾਂਸ ਸੀਗਾ। ਠੀਕ ਹੈ, ਉਹਦੀਆਂ ਆਪਣੀਆਂ ਮਜਬੂਰੀਆਂ ਨੇ ਇੰਡੀਆ ਦੀਆਂ, ਪਰ ਉਹਦਾ ਇੱਕ ਖਮਿਆਜ਼ਾ ਸਾਥੋਂ ਕਈ ਹਜ਼ਾਰ ਕਿਲੋਮੀਟਰ ਦੂਰ ਸਾਡੇ ਹੀ ਬੱਚੇ ਭੁਗਤਣ ਲੱਗ ਪਏ।
ਮੈਂ ਬਹੁਤ ਸਾਰੀਆਂ ਵੀਡੀਓ ਇਸ ਮਾਮਲੇ 'ਚ ਦੇਖੀਆਂ, ਹਾਂਜੀ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਜੋ ਉੱਥੋਂ ਬਿਆਨ ਲੱਗੇ ਨੇ, ਹਾਂਜੀ ਕਿਉਂਕਿ ਮੁਸਲਸਲ ਸਾਡੀ ਕਵਰੇਜ ਹੋ ਰਹੀ ਹੈ, ਮੁਸਲਸਲ ਸਾਡੇ ਪੱਤਰਕਾਰ ਉੱਥੇ ਰਾਬਤਾ ਕਾਇਮ ਕਰਕੇ ਤੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ, ਖਾਸ ਤੌਰ ਤੇ ਭਾਰਤੀ ਸਟੂਡੈਂਟਾਂ ਦੇ ਨਾਲ। ਜੀ ਇੱਕ ਡਾਕਟਰ ਸ਼ਿਵਮ ਦੱਸ ਰਹੇ ਸੀਗੇ, ਇੱਕ ਅਖਬਾਰ ਨੇ ਅੱਜ ਛਾਪਿਆ ਵੀ ਆ, ਉਹ ਦੱਸ ਰਹੇ ਸੀਗੇ ਕਿ ਜਦੋਂ ਇੱਥੇ ਆਏ ਆ ਪੋਲੈਂਡ ਬਾਰਡਰ ਜੀ ਤੇ ਉਹਦੇ ਵਿੱਚ ਹੋਇਆ ਕੀ ਆ ਕਿ ਪੋਲੈਂਡ ਦੇ ਜਿਹੜੇ ਅਧਿਕਾਰੀ ਆ ਟੁੱਟੀ ਫੁੱਟੀ ਅੰਗਰੇਜ਼ੀ 'ਚ ਕਹਿ ਰਹੇ ਕਿ ਜਾਓ ਰੋਮਾਨੀਆ ਵਾਲੇ ਬਾਰਡਰ ਤੇ ਚਲੇ ਜਾਓ, ਜੀ ਅੱਛਾ ਰੋਮਾਨੀਆ ਵਾਲੇ ਬਾਰਡਰ ਤੇ ਚਲੇ ਜਾਓ। ਠੀਕ ਹੈ ਔਰ ਉੱਥੇ ਹੀ ਇੱਕ ਬੱਚੀ ਦੀ ਭਿਆਨਕ ਕੁੱਟਮਾਰ ਕੀਤੀ ਆ ਸੁਰੱਖਿਆ ਦਸਤਿਆਂ ਨੇ। ਬਹੁਤ ਚੀਕੋ ਪੁਕਾਰ ਹੁੰਦਾ ਹੈ, ਚੀਕੋ ਪੁਕਾਰ ਆ, ਉਹ ਕੋਈ ਸਾਥੀ ਨੇ ਉਹਨਾਂ ਦੀ ਮਤਲਬ ਕਿ ਵੀਡੀਓ ਸ਼ੂਟ ਕਰ ਰਹੀ ਹੈ ਕਿ ਦੇਖੋ ਕਿਸ ਤਰ੍ਹਾਂ ਭਾਰਤੀ ਬੱਚੀ ਨੂੰ ਕੁੱਟਿਆ ਜਾ ਰਿਹਾ। ਹਾਂਜੀ ਅੱਛਾ, ਉਹ ਕਹਿ ਰਹੇ ਆ ਕਿ ਅਸੀਂ ਜੇ ਵਾਪਸ ਜਾਣਾ ਚਾਹੁੰਦੇ ਆ ਤਾਂ ਸਾਨੂੰ ਜਿਹੜਾ ਯੂਕਰੇਨੀ ਟੈਕਸੀ ਡਰਾਈਵਰ ਆ, ਉਹ ਟੈਕਸੀ ਡਰਾਈਵਰ ਲੈ ਕੇ ਵੀ ਨਹੀਂ ਜਾ ਰਿਹਾ। ਠੀਕ ਹੈ ਇੱਥੋਂ ਤੱਕ ਕਹਿੰਦੇ ਆ ਕਿ ਜਿਹੜੇ ਕੁਛ ਬੰਕ ਆਲੇ ਦੁਆਲੇ ਮਤਲਬ ਕਿ ਜਿੱਥੇ ਦਿੱਤੀ ਹੋਈ ਆ ਸ਼ਰਨ, ਹਾਂਜੀ ਉੱਥੇ ਵੀ ਇੱਕ ਰਾਤ ਤੋਂ ਬਾਅਦ ਕੁਝ ਸਟੂਡੈਂਟਾਂ ਨੂੰ ਆਖਿਆ ਗਿਆ ਕਿ ਤੂੰ ਦੌੜ ਜਾਓ, ਠੀਕ ਹੈ ਦਬਾਲਾ ਦਿੱਤਾ ਗਿਆ। ਔਰ ਜਿੱਥੇ ਜਿੱਥੇ ਵੀ ਅਸਥਾਈ ਤੌਰ ਤੇ ਸ਼ਰਨ ਲਈ ਗਈ ਆ, ਹਾਂਜੀ ਯੂਕਰੇਨੀ ਨਾਗਰਿਕ ਕਿਤੇ ਨਾ ਕਿਤੇ ਕੌੜ ਨਿਗਾਹ ਨਾਲ ਦੇਖਦੇ ਪਏ ਆ। ਠੀਕ ਹੈ ਪੋਲੈਂਡ ਵਾਲੇ ਯੂਕਰੇਨੀਅਨਸ ਨੂੰ ਜਾਂ ਦੂਸਰਿਆਂ ਨੂੰ ਤਾਂ ਬਹੁਤ ਜਲਦੀ ਆਪਣੇ ਵੱਲ ਦਾਖਲਾ ਦੇ ਰਹੇ ਨੇ। ਠੀਕ ਹੈ ਮੈਂ ਨਹੀਂ ਕਹਿ ਰਿਹਾ, ਇਹ ਉੱਥੋਂ ਦੀਆਂ ਆ ਰਹੀਆਂ ਵੀਡੀਓਜ਼ ਜਿਹੜੀਆਂ ਨੇ ਮੈਂ ਵੇਖੀਆਂ ਨੇ ਖੁਦ, ਠੀਕ ਹੈ ਉਹ ਦੱਸਦੀਆਂ ਨੇ ਕਿ ਇੰਡੀਅਨ ਸਟੂਡੈਂਟ ਉੱਥੇ, ਕਿਉਂਕਿ ਸਭ ਤੋਂ ਵੱਡੇ ਤੇ ਪ੍ਰਤੱਖਦਰਸ਼ੀ ਉਹੀ ਨੇ ਨਾ ਜੋ ਇਸ ਜੰਗ ਨੂੰ ਹੰਢਾ ਰਹੇ ਨੇ, ਹੰਡਾ ਰਹੇ ਨੇ, ਬਿਲਕੁਲ ਸਹੀ ਜੋ ਕਹਿ ਰਹੇ ਨੇ ਕਿ -5 -10 ਦਰਜਾ ਹਰਾਰਤ, ਅਸੀਂ ਖੁੱਲੇ ਅਸਮਾਨ ਹੇਠ ਬੈਠੇ ਆ, ਬੱਚੇ ਬਿਮਾਰ ਹੋ ਰਹੇ ਨੇ, ਗਾਸ਼ ਪੈ ਰਹੀ ਆ, ਠੰਡ ਬਹੁਤ ਆ, ਭੁੱਖ ਭਾਣੇ ਤੁਸੀਂ ਕਿੰਨੀ ਕੁ ਠੰਡ ਬਰਦਾਸ਼ਤ ਕਰ ਲੋਗੇ। ਐਂਬੂਲੈਂਸਾਂ ਉਸੇ ਤਰ੍ਹਾਂ ਉਸ ਵੀਡੀਓ ਦੇ ਵਿੱਚ ਦਿਖਾਈ ਦੇ ਰਹੀਆਂ, ਉਹ ਕਹਿੰਦੇ ਐਂਬੂਲੈਂਸ ਆ ਰਹੀ ਆ ਬੱਚਿਆਂ ਨੂੰ ਚੁੱਕਣ ਵਾਸਤੇ, ਇਹੋ ਜੀ ਸੂਰਤ ਹਾਲ ਆ। ਹੁਣ ਜਿਹੜੀ ਗੱਲ ਵੇਖਣ ਵਾਲੀ ਆ ਕਿ ਪਾਕਿਸਤਾਨ ਦਾ ਵੀ 3000 ਸਟੂਡੈਂਟ ਸੀ ਰਫਲੀ, ਮਤਲਬ ਕਿ ਗਿਣਤੀ ਹੈ, ਠੀਕ ਹੈ ਉਹਦੇ ਵਿੱਚ ਉਹਨਾਂ ਨੇ ਕਮਾਲ ਦਾ ਕੰਮ ਕੀਤਾ ਆ ਕਿ 2500 ਉਹ ਲੈ ਵੀ ਗਏ ਨੇ, ਜੀ ਅੱਛਾ 2500 ਦੇ ਕਰੀਬ, ਲਾ ਲਓ ਕੋਈ 500-700 ਬਕਾਇਆ, ਉਹ ਲੈ ਜਾਣਗੇ। ਸਾਡੇ ਵਾਲੇ ਕੀ ਆ ਕਿ ਹੁਣ ਤੱਕ ਜਿੰਨੇ ਵੀ ਆਏ ਆ ਉਹ ਤੋਂ ਛੁੱਟ ਦੱਸਦੇ ਅੰਦਾਜ਼ਾ ਹੈ ਕਿ ਹਾਲੇ ਵੀ ਕੋਈ 15-16 ਹਜ਼ਾਰ ਵਿਦਿਆਰਥੀ ਉੱਥੇ ਫਸਿਆ। ਇਹ ਗਿਣਤੀ ਬੜੀ ਵੱਡੀ ਆ, ਬਹੁਤ ਵੱਡੀ। ਇਹ ਕੁਝ ਸੈਂਕੜੇ ਆਏ ਨੇ ਆਪਰੇਸ਼ਨ ਗੰਗਾ ਦਾ ਨਾਂ ਲੈ ਕੇ ਤੇ ਇਹ ਵੀ PR ਕਰ ਰਹੇ ਨੇ ਆਪਣੀ, ਜੀ ਬਿਲਕੁਲ ਬਹੁਤ ਵੱਡੇ ਪੱਧਰ ਤੇ ਮਸ਼ਹੂਰੀ ਕਰ ਰਹੇ ਨੇ। ਪਰ ਗੱਲ ਜੋ ਨਿਚੋੜ ਦੀ ਹੈ ਉਹ ਇਹ ਆ ਪ੍ਰਵੀਨ ਜੀ ਕਿ UNSC ਦੇ ਵਿੱਚ ਜੋ ਇਹਨਾਂ ਦਾ ਐਬਸਟੇਨ ਵਾਲਾ ਸਟਾਂਸ ਸੀ, ਸਾਡਾ ਮੰਨਣਾ ਇਹ ਆ ਕਿ ਕਿਤੇ ਨਾ ਕਿਤੇ ਯੂਕਰੇਨੀਅਨ ਨਾਗਰਿਕਾਂ ਨੂੰ ਉਹ ਨਾਗਵਾਰ ਗੁਜ਼ਰਿਆ, ਤਾਂ ਹੀ ਤਾਂ ਵਿਹਾਰ ਬਦਲ ਗਿਆ। ਔਰ ਦੂਜੀ ਚੀਜ਼ ਇਹ ਵੀ ਹੈ ਕਿ ਜਿਹੜੇ ਯੂਕਰੇਨੀਅਨ ਪ੍ਰੈਜ਼ੀਡੈਂਟ ਨੇ ਜ਼ੈਲੈਂਸਕੀ, ਉਹਨਾਂ ਨੇ ਵਾਸਤਾ ਵੀ ਪਾਇਆ ਨਰਿੰਦਰ ਮੋਦੀ ਸਾਹਿਬ ਨੂੰ, ਹਾਂਜੀ ਔਰ ਇਸ ਤੋਂ ਇਲਾਵਾ ਜਿਹੜੇ ਇੱਥੇ ਉਹਨਾਂ ਦੇ ਅੰਬੈਸਡਰ ਨੇ, ਉਹਨਾਂ ਨੇ ਵੀ ਬਕਾਇਦਾ ਅਪੀਲ ਕੀਤੀ ਸੀਗੀ ਜੀ ਕਿ ਤੁਸੀਂ ਤੇ ਬਈ ਬਹੁਤ ਵੱਡੇ ਲੀਡਰ ਹੋ, ਤੁਸੀਂ ਤੇ ਮਦਦ ਕਰ ਸਕਦੇ ਹੋ ਨਾ ਸਾਡੀ, ਕਰੋ। ਤਾਂ ਇੱਥੇ ਇੰਡੀਆ ਦਾ ਜਿਹੜਾ ਸਟਾਂਸ ਸੀਗਾ ਕੂਟਨੀਤਿਕ ਲਿਹਾਜ਼ ਦੇ ਨਾਲ ਤੇ ਉਹਨੂੰ ਆਪਾਂ ਦਰੁਸਤ ਠਹਿਰਾ ਸਕਦੇ ਹਾਂ ਕਿ ਹਰੇਕ ਦੇਸ਼ ਦੀਆਂ ਆਪੋ ਆਪਣੀਆਂ ਜ਼ਰੂਰਤਾਂ ਹੁੰਦੀਆਂ, ਕਿਉਂਕਿ ਡਿਫੈਂਸ ਦਾ ਜ਼ਿਆਦਾਤਰ ਦਾਰੋਮਦਾਰ ਜਿਹੜਾ ਰਸ਼ੀਆ ਤੇ ਆ, ਬਿਲਕੁਲ 60-70% ਜਿਹੜੀ ਖਰੀਦ ਆ ਉਹ ਵੀ ਉੱਥੋਂ। ਔਰ ਜਦੋਂ ਤੁਸੀਂ ਖਰੀਦ ਕਿਸੇ ਮੁਲਕ ਤੋਂ ਕਰਦੇ ਹੋ ਤਾਂ ਇਹ ਵੀ ਹੈ ਨਾ ਕਿ ਕੱਲ ਨੂੰ ਜੋ ਉਹਦੇ ਉਪਕਰਨ ਆਉਣੇ ਆ ਮੁਰੰਮਤ ਵਾਸਤੇ ਜਾਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਜਾ ਕੇ ਅਪ ਟੂ ਡੇਟ ਕਰਨੀਆਂ ਨੇ, ਤਾਂ ਉਹ ਤਾਂ ਸਾਰਾ ਸੰਦ ਸਮਾਨਾ ਉੱਥੋਂ ਹੀ ਮਿਲੇਗਾ ਨਾ ਤੁਹਾਨੂੰ। ਔਰ ਦੂਸਰਾ ਚਾਈਨਾ ਦਾ ਪੰਗਾ ਕਿ ਚਾਈਨਾ ਤੋਂ ਅੱਜ ਭਾਰਤ ਨੂੰ ਪੂਰਾ ਖਤਰਾ ਹੈ, ਔਰ ਰਸ਼ੀਆ ਉਹਦੇ ਵਿੱਚ ਇੱਕ ਰੋਲ ਅਦਾ ਕਰਦਾ ਹੈ, ਕਿਉਂਕਿ ਦੋਨੇ ਅਲਾਈਡ ਨੇ, ਇਹ ਤੇ ਆਪਾਂ ਨੂੰ ਮੰਨਣਾ ਪਏਗਾ ਨਾ। ਸੋ ਇਹਨੂੰ ਤੁਸੀਂ ਇਸ ਪੱਖ ਤੋਂ ਲੈ ਸਕਦੇ ਹੋ ਕਿ ਭਾਰਤ ਆਜ਼ਾਦ ਹੈ ਭਾਈ ਆਪਣਾ ਸਟਾਂਸ ਰੱਖਣ ਵਾਸਤੇ, ਪਰ ਫਿਰ ਯੂਕਰੇਨ ਵੀ ਤਾਂ ਆਜ਼ਾਦ ਆ ਨਾ ਕਿ ਉਹ ਉੱਥੇ ਨਾਟੋ ਵਿੱਚ ਜਾਣਾ ਚਾਹੁੰਦਾ ਹੈ, ਕਿਹਦੇ ਨਾਲ ਰਹਿਣਾ ਚਾਹੁੰਦਾ, UN ਜੁਆਇਨ ਕਰਨਾ ਚਾਹੁੰਦਾ, ਕਿਹਦੇ 'ਚ ਜਾਣਾ ਚਾਹੁੰਦਾ, ਉਹ ਵੀ ਤੇ ਫਿਰ ਆਜ਼ਾਦ ਹੈ ਨਾ। ਫਿਰ ਉਹਦੇ ਤੇ ਗਰੀਬ ਮਾਰ ਕਿਉਂ ਹੋ ਰਹੀ ਹੈ?
ਇਹ ਸਭ ਤੋਂ ਵੱਡਾ ਸਵਾਲ ਹੈ ਨਾ, ਉਹਦੇ ਤੇ ਧੱਕੇਸ਼ਾਹੀ ਕਿਉਂ? ਹਾਂਜੀ ਕਿ ਜਦੋਂ ਕੂਟਨੀਤਿਕ ਤੁਹਾਨੂੰ ਅਧਿਕਾਰ ਹਾਸਲ ਆ ਕਿ ਤੁਸੀਂ ਜੋ ਮਰਜ਼ੀ ਕਰੋ, ਸਟਾਂਸ ਜਿਸ ਤਰ੍ਹਾਂ ਦਾ ਮਰਜ਼ੀ ਲਵੋ, ਤਾਂ ਫਿਰ ਇੱਕ ਛੋਟਾ ਜਿਹਾ ਮੁਲਕ ਹਾਂਜੀ ਆਪਣੇ ਰਾਹ ਆਪ ਤੇ ਕਿਉਂ ਨਹੀਂ ਕਰ ਸਕਦਾ ਬਾਈ? ਧੱਕਾ ਤੇ ਹੈ ਨਾ, ਜੀ ਪਰ ਧੱਕੇ ਤੇ ਨਾ ਬੋਲਣਾ ਉਹ ਕੂਟਨੀਤੀ ਹੈ। ਹਾਂਜੀ ਖੈਰ ਚਲੋ ਉਹ ਵੀ ਮੰਨ ਲਿਆ। ਹੁਣ ਉਹਦਾ ਨਤੀਜਾ ਜਿਹੜਾ ਉਹ ਉਲਟ ਉੱਥੋਂ ਨਿਕਲ ਰਿਹਾ ਹੈ। ਜੀ ਹੁਣ ਜਿਹੜਾ ਬੱਚਾ ਫਰਜ਼ ਕਰੋ ਕਿ ਕਈ ਸੈਂਕੜੇ ਮੀਲ ਜਾਂ ਕਿਲੋਮੀਟਰ ਤੁਰ ਕੇ ਆਇਆ, ਹਾਂਜੀ ਪੋਲੈਂਡ ਵਾਲੇ ਬਾਰਡਰ ਤੇ ਆਇਆ, ਉਹਨੂੰ ਕਿਹਾ ਜਾ ਰਿਹਾ ਵਾ ਕਿ ਤੂੰ ਰੋਮਾਨੀਆ ਵਾਲੀ ਸਾਈਡ ਹੋ ਜਾ, ਫਿਰ ਮਤਲਬ ਕਿ ਥੱਲੇ ਨੂੰ ਆ ਜਾ। ਠੀਕ ਹੈ ਤਾਂ ਰੋਮਾਨੀਆ ਉਹ ਕਿੱਦਾਂ ਜਾਏਗਾ? ਹੁਣ ਨਾ ਕੋਈ ਟੈਕਸੀ ਹੈ, ਨਾ ਕੋਈ ਰੇਲ ਸੁਵਿਧਾ ਹੈ, ਨਾ ਕੋਈ ਬੱਸ ਦਾ ਕੋਈ ਪ੍ਰਬੰਧ ਹੈ, ਜਾਏਗਾ ਕਿੱਦਾਂ? ਭੁੱਖਣ ਪਾਣਾ ਹੁਣ ਤੇ ਐਨਰਜੀ ਵੀ ਜਵਾਬ ਦੇ ਜਾਏਗੀ ਤੁਹਾਡੀ। ਜੀ ਬਿਲਕੁਲ ਸੋ ਇਸ ਕਰਕੇ ਉੱਥੇ ਤੇ ਬਿਪਤਾ ਦਾ ਆਲਮ ਹੈ। ਠੀਕ ਹੈ ਉੱਥੋਂ ਦੇ ਜਿਹੜੇ ਮੂਲ ਵਸਿੰਦੇ ਨੇ ਉਹਨਾਂ ਵਾਸਤੇ ਵੀ, ਤੇ ਜਿਹੜੇ ਸਟੂਡੈਂਟ ਗਏ ਨੇ ਉਹਨਾਂ ਵਾਸਤੇ ਵੀ। ਤਾਂ ਮੈਂ ਸਮਝਦਾ ਕਿ ਇੱਥੇ ਉਹ ਜੋ ਰਾਸ਼ਟਰਵਾਦ ਦਾ ਇਹ ਗਿਆਨ ਵੰਡਦੇ ਨੇ ਹਾਂਜੀ ਜਾਂ ਆਪਣੀ PR ਕਰਦੇ ਨੇ, ਇਹ ਕਰ ਦਿੱਤਾ ਆਪਰੇਸ਼ਨ ਗੰਗਾ ਦਾ ਨਾਮ ਚਲਾ ਕੇ। ਹੋਣਾ ਮੈਂ ਇੱਕ ਹੋਰ ਹੀ ਖਬਰ ਸੁਣਦਾ ਪਿਆ ਸਾਂ ਕਿ ਦੇਖੋ ਜੀ ਇਹਨਾਂ ਨੇ 4 ਮੰਤਰੀਆਂ ਦੀ ਡਿਊਟੀ ਲਾ ਦਿੱਤੀ ਆ। ਉਹਦੇ 'ਚ ਕਿਰਨ ਰਿਜੀਜੂ ਨੇ, ਉਹਦੇ 'ਚ ਪੁਰੀ ਸਾਹਿਬ ਨੇ, ਅੱਛਾ ਉਹਦੇ 'ਚ VK ਸਿੰਘ ਨੇ, ਉਹਦੇ 'ਚ ਮੇਰੇ ਖਿਆਲ ਦੇ ਨਾਲ ਜੋਤੀਰਾਦਿੱਤਿਆ ਸਿੰਧੀਆ ਆ ਗਿਆ। ਠੀਕ ਹੈ ਪਰ ਜਿਹੜੇ ਸਾਡੇ ਵਿਦੇਸ਼ ਮੰਤਰੀ ਨੇ ਆਫੀਸ਼ੀਅਲੀ, ਉਹਨਾਂ ਦਾ ਜ਼ਿਕਰ ਹੀ ਹੈ ਨਹੀਂ। ਇਹ ਕਰਦੇ ਕੀ ਪਏ ਨੇ? ਮੈਨੂੰ ਤੇ ਕੋਈ ਸੁਰ ਨਹੀਂ ਲੱਗਦਾ, ਜੀ ਕੋਈ ਸਮਝ ਨਹੀਂ ਲੱਗਦੀ। ਕਿਉਂਕਿ ਦੇਖੋ ਬੱਚਿਆਂ ਦੀ ਪ੍ਰੋਬਲਮ ਨੂੰ ਜੇ ਤੁਸੀਂ ਕੋਖੋਗੇ, ਹਾਂਜੀ ਸਮੱਸਿਆ ਪ੍ਰਵੀਨ ਜੀ ਕਿੱਥੋਂ ਸ਼ੁਰੂ ਹੋਈ? ਹਾਂਜੀ ਉਹਨਾਂ ਨੇ ਅਪਰੋਚ ਕੀਤਾ ਸੀ। ਇਹ ਨਹੀਂ ਹੈ ਅੱਛਾ ਕਿ ਉਹਨਾਂ ਬੱਚਿਆਂ ਨੂੰ ਜਾਂ ਉੱਥੇ ਜਿਹੜੇ ਵਸਦੇ ਇੰਡੀਅਨ ਲੋਕ ਸੀਗੇ ਉਹਨਾਂ ਨੂੰ ਪਤਾ ਨਹੀਂ ਸੀ ਇਸ ਵਿਪਤਾ ਦਾ। ਠੀਕ ਹੈ ਕਿਉਂਕਿ ਇਹਨਾਂ ਦੇ ਜਿਹੜੇ ਜ਼ਿਆਦਾਤਰ ਗਿਆਨ ਝਾੜੂ ਹੈਗੇ ਨਾ, ਜਿਹੜੇ ਗਿਆਨ ਝਾੜਦੇ ਨੇ ਇਹਨਾਂ ਦੇ ਪੱਖ ਦੇ। ਲਓ ਜੀ, ਇੰਡੀਅਨ ਅੰਬੈਸੀ ਨੇ ਐਡਵਾਈਜ਼ਰੀ ਜਾਰੀ ਕੀਤੀ ਸੀ, MAH ਨੇ ਜਿਹੜੀ ਹੈ ਉਹ ਕੀਤੀ ਸੀਗੀ ਐਡਵਾਈਜ਼ਰੀ ਜਾਰੀ, ਫਲਾਣੇ ਨੇ ਕੀਤੀ ਸੀਗੀ। ਉਹ ਅਰੇ ਭਾਈ ਉਹਨਾਂ ਦੀ ਇੱਕ ਸਮੱਸਿਆ ਸੀ। ਸਮੱਸਿਆ ਸੀ ਕਿ ਜੇ ਪੜ੍ਹਾਈ ਉਹ ਛੱਡਦੇ ਸੀ ਤੇ ਉਹਨਾਂ ਨੂੰ ਜਿਹੜੇ ਵਿਦਿਅਕ ਸੰਸਥਾਨ ਸੀ ਉਹ ਪਰ ਡੇ ਦੇ ਹਿਸਾਬ ਨਾਲ $100 ਪਾਉਂਦੇ ਸਨ ਜੁਰਮਾਨੇ ਦਾ। ਉਹਨਾਂ ਨੇ ਤੁਹਾਨੂੰ ਕਿਹਾ ਕਿ ਸਾਨੂੰ ਆਨਲਾਈਨ ਆਪਸ਼ਨ ਦੇ ਦਿਓ ਐਜੂਕੇਸ਼ਨ ਦਾ। ਤੁਸੀਂ ਛੋਟੇ ਬੱਚਿਆਂ ਦੀ ਤੇ ਇੱਥੇ ਜ਼ਿੰਦਗੀ ਬਰਬਾਦ ਕਰ ਰਹੇ ਹੋ 5-7 ਸਾਲਾਂ ਦੇ ਆਨਲਾਈਨ ਦੇ ਕੇ। ਤਾਂ ਉਹਨਾਂ ਨੂੰ ਤੁਸੀਂ ਜਿਹੜੇ ਬੱਚੇ ਸੰਭਲੇ ਹੋਏ ਆ, ਜਿਹੜੇ ਬੱਚੇ ਪੂਰੀ ਮੁਹਾਰਤ ਨਾਲ ਪੜ੍ਹ ਸਕਦੇ ਨੇ, ਤੁਸੀਂ ਉਹਨਾਂ ਨੂੰ ਉਹ ਵੀ ਨਹੀਂ ਕਰਵਾ ਕੇ ਦੇ ਸਕੇ। ਕੀ ਕਹੀਏ ਤੁਹਾਨੂੰ? ਬਿਲਕੁਲ ਸਹੀ। ਫਿਰ ਸਭ ਤੋਂ ਵੱਡੀ ਗੱਲ ਹੈ ਪ੍ਰਵੀਨ ਜੀ ਕਿ ਜੇ ਤੁਸੀਂ ਦੇਖੋ, ਜੇ ਇਦਾਂ ਆਪਾਂ ਦੇਖ ਲਈਏ, ਮੈਂ ਤੁਹਾਡੇ ਕੈਮਰੇ ਵੱਲ ਦੇਖਾ ਤਾਂ ਆ ਯੂਕਰੇਨ ਹੈ ਫਰਜ਼ ਕਰੋ, ਤਾਂ ਯੂਕਰੇਨ ਨੂੰ ਐ ਸੈਂਟਰ 'ਚ ਰੱਖ ਕੇ ਈਸਟ ਤੇ ਵੈਸਟ ਕਰ ਲਓ। ਅੱਛਾ, ਜਿਹੜੇ ਵਿਦਿਆਰਥੀ ਈਸਟ ਵਾਲੇ ਪਾਸੇ ਸੀ ਉਹ ਆ ਗਏ ਬਿਲਕੁਲ ਰਸ਼ੀਆ ਦੇ ਉੱਤੇ। ਤਾਂ ਤੁਸੀਂ ਵਾਇਆ ਰਸ਼ੀਆ ਕਿਉਂ ਨਹੀਂ ਕਢਾ ਸਕੇ ਉਹਨਾਂ ਨੂੰ? ਤੁਹਾਡੀ ਤੇ ਪੁਤਿਨ ਦੇ ਨਾਲ ਇੱਕੋ ਗੱਲ ਆ ਨਾ, ਤੁਸੀਂ ਤਾਂ ਉਹਨਾਂ ਦੇ ਹੱਕ 'ਚ ਸਟਾਂਸ ਵੀ ਲੈ ਲਿਆ ਇੰਡਾਇਰੈਕਟ ਵੇ ਦੇ ਨਾਲ। ਪੋਲੈਂਡ ਦੀਆਂ ਸਰਹੱਦਾਂ ਤੇ ਰੁਲਦੇ ਉਹ ਉੱਥੇ ਕਿਉਂ ਧੱਕੇ ਖਾ ਰਹੇ ਆ? ਤੁਸੀਂ ਐਸੀ ਵਿਵਸਥਾ ਕਰਦੇ ਕਿਉਂਕਿ ਉੱਥੇ ਰਸ਼ੀਆ ਵਾਲੇ ਤਾਂ ਰੋਕ ਹੀ ਨਹੀਂ ਸੀ ਰਹੇ, ਤੇ ਲੋਕ ਉਧਰੋਂ ਭੱਜ ਕੇ ਇਹਨੂੰ ਜਾ ਰਹੇ ਸੀ। ਇੱਧਰ ਤਾਂ ਕੋਈ ਰੋਕ ਥੋਕ ਹੀ ਨਹੀਂ ਸੀ, ਇੱਧਰ ਤਾਂ ਹਮਲਾ ਹੋ ਰਿਹਾ ਹੈ। ਤੇ ਜੇ ਮਤਲਬ ਕਿ ਸੇਫ ਪੈਸੇਜ ਉਹਨਾਂ ਨੂੰ ਦੇ ਕੇ ਰਸ਼ੀਅਨ ਫੌਜਾਂ ਹੀ ਉੱਥੋਂ ਕੱਢ ਦਿੰਦੀਆਂ ਤੇ ਰਸ਼ੀਆ ਦੇ ਰਾਹੀਂ ਉਹ ਤੇ ਬਹੁਤ ਜਲਦੀ ਆ ਸਕਦੇ ਸੀ ਇੰਡੀਆ। ਇਹ ਨਾ ਗੱਲਾਂ ਦਾ ਜਵਾਬ ਹੈ ਨਹੀਂ ਕਿਸੇ ਕੋਲ ਪ੍ਰਵੀਨ ਜੀ। ਇਹ ਸਾਡੇ ਸਵਾਲਾਤ ਨੇ, ਇਹ ਸਾਡੇ ਸੰਸੇ ਨੇ। ਹੁਣ ਹਟਕੋਰੇ ਆ, ਇੱਕ ਪਾਸੇ ਅਥਰੂ ਹੈ, ਦੂਸਰੇ ਪਾਸੇ ਆਸ ਹੈ, ਤੀਸਰੇ ਪਾਸੇ ਅਰਦਾਸ ਹੈ। ਹੁਣ ਜਿਹੜੀ ਸਰਕਾਰ ਹੈ ਉਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁਣ ਤੱਕ ਜਾਂ ਤਾਂ ਉਹ ਫੇਲ ਕਰ ਗਈ, ਤੇ ਜਾਂ ਜੇ ਕੁਝ ਕਰਦੀ ਹੈ ਤੇ ਉਹਨੂੰ PR ਕਰਦੀ ਹੈ, PR ਕਰਦੀ ਹੈ। ਸੋ ਇਸ ਕਰਕੇ ਬੜੀ ਦੁਵਿਧਾ ਹੈ ਉੱਥੇ, ਬੜੀ ਦਿੱਕਤ ਹੈ। ਹੁਣ ਕੀ ਬਣੇਗਾ ਸਮਝ ਨਹੀਂ ਆਉਂਦੀ। ਜਦੋਂ ਅਸੀਂ ਇਸ ਤਰ੍ਹਾਂ ਦੀ ਖਬਰ ਕਰਦੇ ਹਾਂ ਤਾਂ ਸੱਚ ਜਾਣਿਓ ਅਸੀਂ ਖੁਦ ਭਾਵੁਕ ਹੁੰਦੇ ਹਾਂ, ਕਿਉਂਕਿ ਹੁਣ ਬੇਔਲਾਦ ਤੇ ਭਾਵੇਂ ਨਾ ਇਹਨਾਂ ਚੀਜ਼ਾਂ ਨੂੰ ਸਮਝ ਸਕੇ, ਜਿਹਨੇ ਬੱਚਾ ਪਾਲਿਆ, ਜਿਹਨੇ ਬੱਚਾ ਪੋਸਿਆ, ਭਾਈ ਉਹਦੇ ਦਿਲ ਨੂੰ ਬੁੱਝਿਆ ਜਾਣਦਾ ਬੰਦਾ। ਉਹਦੇ ਤੇ ਕੀ ਬੀਤਰੇ ਹੋਏਗੀ ਜਦੋਂ ਅਖਬਾਰਾਂ 'ਚ ਨਮ ਚਿਹਰੇ ਦੇਖਦੇ ਆ। ਸੱਚ ਜਾਣਿਓ ਦਿਲ ਨੂੰ ਧੜਕੂ ਲੱਗਦਾ ਹੈ ਭਾਈ, ਰੂਹ ਕੰਬ ਜਾਂਦੀ ਹੈ। ਸੋ ਸੂਰਤੇ ਹਾਲ ਬਦਤਰੀਨ ਹੈ। ਮੈਂ ਜਿੰਨੀ ਕੁ, ਤੁਹਾਡੀ ਟਾਈਮ ਦੀ ਲਿਮਿਟ ਆ, ਮੈਂ ਜਿੰਨੀ ਕੁ ਉੱਥੇ ਵਿਥਿਆ ਕਲੈਕਟ ਕੀਤੀ ਸੁਣ ਕੇ ਜਾਂ ਪੜ੍ਹ ਕੇ ਦੇਖ ਕੇ ਉਹ ਤੁਹਾਨੂੰ ਬਿਆਨ ਕਰ ਦਿੱਤੀ ਹੈ। ਜੇ ਕੋਈ ਹੋਰ ਸਵਾਲ ਹੋਇਆ ਤੇ ਜ਼ਰੂਰ ਦੱਸ ਦਿਓ। ਬਿਲਕੁਲ। ਇੱਕ ਪਾਸੇ ਅਥਰੂ ਨੇ, ਦੂਜੇ ਇੱਕ ਅਰਦਾਸ ਆ, ਇੱਕ ਪਾਸੇ ਆਸ ਆ। ਪਰ ਸਰਕਾਰਾਂ ਦੀ ਬੇਰੁਖੀ ਕਰਕੇ ਨਾਗਰਿਕ ਨਿਰਾਸ਼ ਹੈ, ਇਹ ਕਹਿ ਸਕਦੇ। ਮਿੰਟੂ ਜੀ, ਉਹ ਤਾਂ ਦੇਸ਼ ਬੇਗਾਨਾ ਹੈ,
ਉੱਥੇ ਤਾਂ ਉਹਨਾਂ ਦਾ ਸੰਵਿਧਾਨ ਹੈ, ਕੂਟਨੀਤਿਕ ਰਿਸ਼ਤਿਆਂ ਦੀ ਗੱਲ ਹੈ, ਸਟਾਂਸ ਦੀ ਗੱਲ ਹੈ, ਪਰ ਇੱਥੇ ਤਾਂ ਦੇਸ਼ ਸਾਡਾ ਨਾ। ਇੱਥੇ ਸਾਡੇ ਬੱਚਿਆਂ ਨਾਲ ਕੀ ਹੋ ਰਿਹਾ? ਕਰਨਾਟਕ ਦੇ ਵਿੱਚ ਦੱਸਦੇ ਕਿ ਇੱਕ ਹੋਰ ਸਿੱਖ ਬੱਚੇ ਨੂੰ ਦਾਖਲੇ ਤੋਂ ਰੋਕਿਆ ਗਿਆ, ਪਰ ਸਾਡੇ ਪੰਜਾਬੀ ਆਗੂ, ਫੈਡਰਲਿਜ਼ਮ ਦੀ ਦਹਾਈ ਪਾਉਣ ਵਾਲੇ, ਸੰਘੀ ਢਾਂਚੇ ਤੇ ਬੋਲਣ ਵਾਲੇ, ਉਹ ਚੁੱਪ ਕਿਉਂ ਨੇ ਮਿੰਟੂ ਜੀ? ਨਹੀਂ, ਦੇਖੋ, ਬੋਲ ਰਹੇ ਨੇ, ਸਿੱਖ ਆਗੂ ਬੋਲ ਰਹੇ ਨੇ ਇਸ ਮੁੱਦੇ ਤੇ ਔਰ ਮੁਸਲਸਲ ਬਿਆਨਾਤ ਆ ਰਹੇ ਨੇ। ਪਰ ਦੇਖੋ, ਗੱਲ ਕੀ ਆ ਕਿ ਉੱਥੇ ਹਾਈ ਕੋਰਟ ਦੀ ਇੱਕ ਜਿਹੜੀ ਇੰਟਰਮ ਕਹਿ ਲਓ ਕਿ ਰੂਲਿੰਗ ਆਈ ਆ, ਉਹਦੇ ਵਿੱਚ ਕਿਤੇ ਨਾ ਕਿਤੇ ਗੜਬੜ ਹੋ ਗਈ, ਜਿਹਦਾ ਸਿੱਟਾ ਨਿਕਲਿਆ ਵਾ ਕਿ ਹੁਣ ਐਸੀ ਸੂਰਤ ਹਾਲ ਆ ਕਿ ਜਿਹਦੇ ਵਿੱਚ ਲਗਾਤਾਰ ਇਸ ਤਰ੍ਹਾਂ ਦੇ ਮਾਮਲਾਤ ਜਿਹੜੇ ਆ ਸਾਹਮਣੇ ਆ ਰਹੇ ਨੇ। ਪਹਿਲਾਂ ਉਹ ਲੜਕੀ ਦਾ ਆਇਆ, ਲੜਕੀ ਦੇ ਪਿਤਾ ਜੀ ਜਿਹੜੇ ਉਹਨਾਂ ਦੇ ਨਾਲ ਇੱਕ ਮੰਚ ਤੇ ਮੇਰੀ ਗੱਲਬਾਤ ਵੀ ਹੋਈ, ਸੁਣਿਆ ਉਹਨਾਂ ਨੂੰ। ਉਹ ਤੇ ਬਹੁਤ ਪੜ੍ਹੇ ਲਿਖੇ ਇਨਸਾਨ ਸਨ, IT ਸੈਕਟਰ ਦੇ ਵਿੱਚ ਉਹ ਇੱਕ ਬਹੁਤ ਵੱਡੇ ਅਹੁਦੇ ਤੇ ਬੈਠੇ ਸਨ। ਉਹਨਾਂ ਨੇ ਨਾਲ ਦੀ ਨਾਲ ਮੇਲ ਕੀਤੇ, ਨਾਲ ਦੀ ਨਾਲ ਆਰਗੂਮੈਂਟ ਦਿੱਤੇ, ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਉਹਨਾਂ ਨੇ ਘੇਰਾਬੰਦੀ ਕੀਤੀ। ਮਤਲਬ ਕਿ ਜੋ ਇਤਿਹਾਸ ਹੈ ਸਿੱਖਾਂ ਦਾ, ਜਾਂ ਜੋ ਯੁੱਧ ਦੇ ਮੈਦਾਨ ਦਾ ਇਤਿਹਾਸ ਹੈ ਕਿ ਕਿਸ ਤਰ੍ਹਾਂ ਮਤਲਬ ਕਿ ਬ੍ਰਿਟਿਸ਼ਰਸ ਦੇ ਲਈ ਵੀ ਲੜਦਿਆਂ ਉਹਨਾਂ ਲਈ ਬਕਾਇਦਾ ਇੱਕ ਅਲੱਗ ਪ੍ਰੋਟੋਕਾਲ ਸੀਗਾ। ਤਾਂ ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਤੇ ਬਹੁਤ ਜਲਦੀ ਰੱਖ ਦਿੱਤੀਆਂ, ਔਰ ਜਿਹੜਾ ਨਤੀਜਾ ਸੀਗਾ ਉਹ ਇਹ ਸੀਗਾ ਕਿ ਉਹ ਜਿਹੜੀ ਬੱਚੀ ਸੀਗੀ ਉਹਨੂੰ ਕੋਈ ਗਾਂਹ ਜਾ ਕੇ ਪ੍ਰੋਬਲਮ ਨਹੀਂ ਆਈ। ਹਾਲਾਂਕਿ ਸਾਊਥ ਦੇ ਸਿੱਖਾਂ ਦੀ ਆਪਣੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪ੍ਰੋਬਲਮ ਆ, ਉਹ ਕਦੇ ਛੇਤੀ ਕਿਤੇ ਖਤਮ ਨਹੀਂ ਹੋਏਗੀ, ਕਿਉਂਕਿ ਉਹਨਾਂ ਦਾ ਮਸਲਾ ਕਿਰਪਾਨ ਦਾ ਵੀ ਬਣ ਜਾਂਦਾ ਹੈ। ਬਹੁਤ ਥਾਵਾਂ ਤੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਆਉਂਦੀਆਂ ਨੇ। ਪੰਜਾਬ ਦੇ ਵਿੱਚ ਕਦੇ ਕਦਾਈ ਕਿਸੇ ਨੂੰ ਫੇਸ ਕਰਨੀਆਂ ਪੈ ਸਕਦੀਆਂ, ਪਰ ਉੱਥੇ ਮੁਸਲਸਲ ਲਗਾਤਾਰ ਜਿਹੜੀਆਂ ਉਹ ਇੱਦਾਂ ਫੇਸ ਕਰਦੇ ਨੇ ਉਹ। ਪਰ ਹੁਣ ਇੱਕ ਹੋਰ ਸਕੂਲੀ ਮਾਮਲਾ ਆ ਗਿਆ, ਜਿਹਦੇ ਵਿੱਚ ਇੱਕ ਬੱਚੇ ਨੂੰ ਕਿਹਾ ਗਿਆ ਕਿ ਜੇ ਐਡਮਿਸ਼ਨ ਲੈਣਾ ਹੈ ਤੇ ਫਿਰ ਭਾਈ ਤੁਹਾਨੂੰ ਇਹ ਦਸਤਾਰ ਜਿਹੜੀ ਆ ਉਹ ਲਾਉਣੀ ਪਵੇਗੀ, ਜਿਹੜੀ ਕਿ ਮੇਰੇ ਖਿਆਲ ਦੇ ਨਾਲ ਨਹੀਂ ਹੈ, ਉਹ ਹੋਣੀ ਨਹੀਂ ਚਾਹੀਦੀ। ਔਰ ਉਹਦੇ ਵਿੱਚ ਹੁਣ ਦੇਖੋ ਸਪਸ਼ਟ ਕਰ ਦਿੱਤਾ ਕਰਨਾਟਕ ਗੌਰਮੈਂਟ ਨੇ ਕਿ ਜਿਹੜਾ ਇਹ ਇੰਟਰਮ ਆਰਡਰ ਆ ਹਾਈ ਕੋਰਟ ਦਾ, ਇੰਟਰਮ ਆਰਡਰ ਕੀ ਹੈ ਮੈਂ ਮਾੜਾ ਜਿਹਾ ਤੁਹਾਨੂੰ ਦੱਸ ਦਿੰਦਾ ਕਿ ਹਾਈ ਕੋਰਟ ਦੇ ਵਿੱਚ ਜਦੋਂ ਹਿਜਾਬ ਦਾ ਮਸਲਾ ਗਿਆ ਤਾਂ ਹਾਈ ਕੋਰਟ ਦੇ ਵਿੱਚੋਂ ਇਹ ਇੰਟਰਮ ਆਰਡਰ ਹੈ। ਇੰਟਰਮ ਆਰਡਰ ਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਆਪਾਂ ਸਟੇ ਨਹੀਂ ਕਹਿੰਦੇ, ਸਟੇ ਆ ਜਾਂਦਾ ਹੈ, ਜਾਂ ਉਹਦੇ ਵਿੱਚ ਦੱਸ ਦਿੱਤਾ ਜਾਂਦਾ ਹੈ ਕਿ ਫਰਜ਼ ਕਰੋ ਕੋਈ ਜ਼ਮੀਨ ਦਾ ਮਾਮਲਾ ਹੈ ਤੇ ਜ਼ਮੀਨ ਦੇ ਮਾਮਲੇ 'ਚ ਕਿ ਹਾਂ ਭਾਈ ਐਦਾਂ ਵਿਵਸਥਾ ਹੋਏਗੀ, ਜੇ ਫਸਲ ਖੜੀ ਹੈ ਤੇ ਫਸਲ ਉਹ ਜਿਹੜੀ ਹੈ ਫਲਾਣੀ ਪਾਰਟੀ ਵੱਢ ਲਵੇ, ਮੰਨ ਲਓ ਹੁਣ ਪੱਕੀ ਹੈ, ਕੁਝ ਮਿੱਥੇ ਸਮੇਂ ਲਈ ਕੁਝ ਕਾਨੂੰਨੀ ਛੋਟ, ਬਿਲਕੁਲ, ਤਾਂ ਕਿ ਉਹ ਚੀਜ਼ ਜਿਹੜੀ ਹੈ ਨਾ ਉਹ ਅਦਾਲਤ ਦੇ ਵਿੱਚ ਤੇ ਹੈ, ਪਰ ਵਕਤੀ ਤੌਰ ਤੇ ਉਹਦੇ ਤੇ ਕੁਝ ਰੋਕਾਂ ਜਾਂ ਕੁਝ ਛੋਟਾਂ ਆਉਣਗੀਆਂ। ਆਹ ਹੁੰਦਾ ਇੰਟਰਮ ਆਰਡਰ। ਤਾਂ ਇੰਟਰਮ ਆਰਡਰ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਦ ਤੱਕ ਅਸੀਂ ਅੰਤਮ ਨਿਰਣਾ ਨਹੀਂ ਦਿੰਦੇ, ਕੋਰਟ ਆਪਣਾ ਡਿਸੀਜਨ ਜਾਂ ਕਹਿ ਲਓ ਕਿ ਫੈਸਲਾ ਨਹੀਂ ਲੈਂਦੀ, ਤਾਂ ਉਦੋਂ ਤੱਕ ਕੀ ਹੈ ਕਿ ਕਿਸੇ ਵੀ ਕਿਸਮ ਦਾ ਕੋਈ ਧਾਰਮਿਕ ਪਹਿਰਾਵਾ ਨਹੀਂ ਪਹਿਨਿਆ ਜਾਏਗਾ। ਅੱਛਾ, ਇਹ ਗੱਲ ਹੁਣ ਕਰਨਾਟਕ ਗੌਰਮੈਂਟ ਸਾਫ਼ ਕਰ ਰਹੀ ਹੈ ਕਿ ਸਿੱਖਾਂ ਤੇ ਇਹ ਚੀਜ਼ ਲਾਗੂ ਨਹੀਂ ਹੁੰਦੀ। ਕਿਉਂ? ਕਿਉਂਕਿ ਸਿੱਖਾਂ ਨੂੰ ਸੰਵਿਧਾਨ ਦੇ ਵਿੱਚ ਉਹਨਾਂ ਦੇ ਧਾਰਮਿਕ ਚਿੰਨ੍ਹਾਂ ਬਾਰੇ ਅਲੱਗ ਤੋਂ ਆਜ਼ਾਦੀ ਹੈ। ਇਹ ਕਿਹਾ ਗਿਆ ਹੈ ਕਿ ਉਹਨਾਂ ਦੇ ਧਰਮ ਦਾ ਇਹ ਅਨਿੱਖੜਵਾਂ ਅੰਗ ਹੈ। ਜੇ ਤੇ ਕੋਈ ਹੁਣ ਨਹੀਂ ਪਹਿਨਦਾ ਦਸਤਾਰ, ਨਹੀਂ ਪੱਗ ਬੰਨ੍ਹਦਾ, ਉਹ ਤੇ ਗੱਲ ਵੱਖਰੀ ਹੈ, ਪਰ ਜੇ ਕੋਈ ਬੰਨਣੀ ਚਾਹੁੰਦਾ ਹੈ ਉਹਦੀ ਕਿਤੇ ਵੀ ਪੱਗ ਨਹੀਂ ਲਵਾਈ ਜਾ ਸਕਦੀ। ਸੋ ਇਹ ਉਹਨਾਂ ਨੇ ਸਾਫ਼ ਕਰ ਦਿੱਤਾ ਕਰਨਾਟਕ ਗੌਰਮੈਂਟ ਵਾਲਿਆਂ ਨੇ ਕਿ ਸਿੱਖਾਂ ਤੇ ਉਹ ਫੈਸਲਾ ਲਾਗੂ ਨਹੀਂ ਹੁੰਦਾ। ਕਿਉਂਕਿ ਸਮੱਸਿਆ ਕਿੱਥੇ ਆਈ ਕਿ ਜਿਹੜੀ ਉਹ ਸਿੱਖ ਬੱਚੀ ਸੀ, ਉਹਦੇ ਜਿਹੜੇ ਸਾਥੀ ਸਨ ਉਹਨਾਂ ਨੇ ਇਤਰਾਜ਼ ਜਤਾਇਆ ਸੀਗਾ ਕਿ ਜੇ ਹਿਜਾਬ ਨਹੀਂ ਪਹਿਨਿਆ ਜਾ ਸਕਦਾ ਤਾਂ ਫਿਰ ਲੜਕੀ ਦੁਮਾਲਾ ਜਾਂ ਦਸਤਾਰ ਕਿਵੇਂ ਪਹਿਨ ਸਕਦੀ ਆ। ਤਾਂ ਇੱਥੋਂ ਇੱਕ ਬਖੇੜਾ ਖੜਾ ਹੋ ਗਿਆ। ਤਾਂ ਹੁਣ ਹਾਈ ਕੋਰਟ ਦੇ ਇੰਟਰਮ ਆਰਡਰ ਬਾਰੇ ਉੱਥੋਂ ਦੀ ਗੌਰਮੈਂਟ ਨੇ ਸਾਫ਼ ਕਰ ਦਿੱਤਾ ਹੈ। ਤਾਂ ਹੁਣ ਮੇਰਾ ਖਿਆਲ ਇਹ ਆ ਕਿ, ਜਾਂ ਮੇਰਾ ਮੰਨਣਾ ਇਹ ਆ ਕਿ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਦੇ ਮੋਹਤਬਾਰ ਬੰਦੇ ਆ, ਉਹਨਾਂ ਨੂੰ ਚਾਹੀਦਾ, ਵੈਸੇ ਉਹ ਇਨਵੋਲਵ ਨੇ, ਉਹਨਾਂ ਨੂੰ ਚਾਹੀਦਾ ਕਿ ਸ਼ਿੱਦਤ ਦੇ ਨਾਲ ਕੰਮ ਕਰਨ ਔਰ ਦੱਸਣ, ਪ੍ਰਚਾਰ ਕਰਨ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਕਿ ਭਾਈ ਸਾਡੇ ਕੋਲ ਇਸ ਤਰ੍ਹਾਂ ਦੀ ਇੱਕ ਵਿਧਾਨਕ ਜਾਂ ਸੰਵਿਧਾਨਕ ਖੁੱਲ੍ਹ ਹੈ ਜਿਹਦੇ 'ਚ ਤੁਸੀਂ ਤੰਗ ਨਹੀਂ ਕਰ ਸਕਦੇ। ਔਰ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਜੇਕਰ ਕਿਸੇ ਵੀ ਧਾਰਮਿਕ ਆਜ਼ਾਦੀ ਨੂੰ ਕੋਈ ਵੀ ਬੰਦਾ ਖਤਰੇ 'ਚ ਪਾਉਂਦਾ ਹੈ ਜਾਂ ਉਹਨਾਂ ਨੂੰ ਮਤਲਬ ਕਿ ਵਕਤੀ ਤੌਰ ਤੇ ਕਿਸੇ ਵੀ ਅਧਿਕਾਰ ਨੂੰ
ਧਾਰਮਿਕ ਅਧਿਕਾਰ ਨੂੰ, ਜਿਵੇਂ ਆਪਾਂ ਮਨੁੱਖੀ ਅਧਿਕਾਰ ਨੂੰ ਕਹਿੰਦੇ ਆ ਜਾਂ ਬੁਨਿਆਦੀ ਅਧਿਕਾਰ ਨੂੰ ਕਹਿੰਦੇ ਆ ਕਿ ਉਹ ਸਸਪੈਂਡ ਨਹੀਂ ਹੋ ਸਕਦੇ ਕਦੇ ਵੀ, ਤਾਂ ਉਸੇ ਤਰ੍ਹਾਂ ਜੇਕਰ ਕਿਸੇ ਦੀ ਧਾਰਮਿਕ ਮਾਨਤਾ ਦੇ ਜੋ ਅਧਿਕਾਰ ਨੇ ਹਾਂਜੀ ਜੇ ਉਹਨਾਂ ਨੂੰ ਕੋਈ ਖਤਰੇ 'ਚ ਪਾਉਂਦਾ ਹੈ, ਤਾਂ ਉਸ ਅਫਸਰ ਦੀ ਜਿਹੜੀ ਹੁੰਦੀ ਹੈ ਨਾ ਐਨੂਅਲ ਰਿਪੋਰਟ ਹੁੰਦੀ ਹੈ ਇਹਨਾਂ ਦੀ ਹਾਂਜੀ ਹਾਂਜੀ ਕੈਰੀਅਰ ਦੀ, ਤਾਂ ਉਹ ਜਿਹੜੀ ਹੈ ਉਹਦੇ ਵਿੱਚ ਦਰਜ ਹੋਣਾ ਚਾਹੀਦਾ ਕਿ ਇਹਨੇ ਫਲਾਣੀ, ਹਾਂਜੀ ਹਾਂਜੀ ਬਿਲਕੁਲ। ਜਦੋਂ ਸਰਵਿਸ ਦੇ ਵਿੱਚ ਇਹ ਚੀਜ਼ਾਂ ਦਰਜ ਹੋਣਗੀਆਂ ਤੇ ਮੇਰੇ ਖਿਆਲ ਦੇ ਨਾਲ ਥੋੜਾ ਬਹੁਤਾ ਫਰਕ ਜ਼ਰੂਰ ਪਵੇਗਾ। ਜਦੋਂ ਤੁਸੀਂ ਇਸ ਤਰ੍ਹਾਂ ਕਰਦੇ ਹੋ ਕਿ ਕਿਸੇ ਅਫਸਰ ਨੂੰ ਪੁੱਛਦੇ ਹੀ ਨਹੀਂ, ਜਵਾਬਦੇਹੀ ਨਹੀਂ ਕਰਦੇ, ਹਾਲਾਂਕਿ ਚਲੋ ਮਸਲਾ ਹੱਲ ਹੋ ਗਿਆ, ਪਰ ਜਿਹੜਾ ਬੰਦਾ ਕਹਿ ਲਓ ਕਿ ਫਿਰਕਾ ਵਿਸ਼ੇਸ਼ ਨਾਲ ਕੋਈ ਨਫ਼ਰਤੀ ਭਾਵ ਰੱਖਦਾ ਹੈ, ਇਸ ਕਰਕੇ ਕਰਦਾ ਹੈ, ਜਾਂ ਉਹਦੀ ਆਪਣੀ ਮਤਲਬ ਕਿ ਕੋਈ ਮਨਸ਼ਾ ਹੈ ਨਿੱਜੀ ਤੌਰ ਤੇ, ਤਾਂ ਤੁਸੀਂ ਉਹਨੂੰ ਕੋਈ ਕਾਨੂੰਨੀ ਪਚੜੇ 'ਚ ਫਸਾਉਂਦੇ ਹੀ ਨਹੀਂ, ਤੇ ਇਹ ਮਾਮਲੇ ਅੱਗੇ ਵੀ ਵੱਧਦੇ ਰਹਿਣਗੇ। ਅੱਛਾ ਮਿੰਟੂ ਜੀ, ਸਾਡੇ ਸਿਆਸਤਦਾਨ, ਸਾਡੇ ਸਿਆਸੀ ਲੀਡਰ ਬਦਨਾਮ ਨੇ ਵੀ ਝੂਠੇ ਪਰਚੇ ਪਾਉਂਦੇ ਨੇ। ਅਕਾਲੀਆਂ ਵੇਲੇ ਕਾਂਗਰਸੀ ਕਹਿੰਦੇ ਨੇ ਸਾਡੇ ਤੇ ਨਜਾਇਜ਼ ਪਰਚਾ ਹੋ ਗਿਆ, ਕਾਂਗਰਸ ਵੇਲੇ ਅਕਾਲੀ ਦਲ ਜਾਂ ਹੋਰ ਦੂਜੀਆਂ ਪਾਰਟੀਆਂ ਵਾਲੇ ਜਦੋਂ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਕਹਿੰਦੇ ਕਿ ਪੋਲੀਟੀਕਲ ਵੈਂਡੇਟਾ ਸਾਡੇ ਤੇ, ਸਾਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ। ਪਰ ਚੋਣ ਜ਼ਾਬਤੇ ਦੇ ਦਰਮਿਆਨ ਜਿਹੜੇ ਪਰਚੇ ਹੋਏ ਆ ਉਹ ਕਿਤੇ ਨਾ ਕਿਤੇ ਇਹ ਕਹਿੰਦੇ ਕਿ ਇਹਨਾਂ ਨੂੰ ਕਾਨੂੰਨ ਹੱਥ ਦੇ ਵਿੱਚ ਲੈ ਕੇ ਘੁੰਮਣ ਦੀ ਆਦਤ ਪਈ ਹੋਈ ਹੈ। ਹਾਂਜੀ ਦੇਖੋ, ਗੱਲ ਇਹ ਹੈ ਕਿ ਚੋਣ ਜ਼ਾਬਤੇ ਦੇ ਦੌਰਾਨ ਪਰਚੇ ਤੇ ਹੁੰਦੇ ਨੇ, ਪਰ ਉਹਨਾਂ ਪਰਚਿਆਂ ਦਾ ਕੀ ਹੁੰਦਾ ਸਵਾਲ ਤੇ ਬਿਲਕੁਲ ਸਹੀ। ਪਰਚੇ ਤੇ ਅਸੀਂ ਜੋ ਜੰਮੇ ਆ ਸੁਣਦੇ ਹੀ ਆਏ ਆ ਕਿ ਚੋਣ ਜ਼ਾਬਤੇ ਦਾ ਉਲੰਘਣ ਹੋਇਆ, ਪਰ ਰੌਲਾ ਤੇ ਇਸ ਗੱਲ ਦਾ ਆ ਕਿ ਉਹ ਪਰਚੇ ਮੁੜ ਕੇ ਮੰਨ ਲਓ ਅੱਜ ਇਹ ਜਿਹੜੀਆਂ FIRs ਨੇ ਮੇਰੇ ਖਿਆਲ ਦੇ ਨਾਲ ਟੋਟਲ 97 ਨੇ, ਜਿਹਦੇ ਵਿੱਚੋਂ 27 ਪੋਲੀਟੀਸ਼ੀਅਨਸ ਤੇ ਨੇ, ਬਾਕੀ ਅਣਪਛਾਤਿਆਂ ਤੇ ਆ ਗਈਆਂ, ਕੁਛ ਇਸ ਤਰ੍ਹਾਂ ਦਾ ਡਾਟਾ ਮੈਂ ਪੂਰਾ ਨਹੀਂ ਪੜ੍ਹਿਆ ਹੋਇਆ। ਅੱਛਾ, ਫਰਜ਼ ਕਰੋ ਕੋਈ ਬੰਦਾ ABC, ਮੈਂ ਨਾਂ ਨਹੀਂ ਲੈਂਦਾ, ਉਹਦੇ ਤੇ ਪਰਚਾ ਹੈ, ਤੁਹਾਨੂੰ ਵੀ ਬਣਾ ਦਿੰਦੇ ਆ ਫਾਰ ਦਾ ਟਾਈਮ, ਅੱਛਾ ਤੁਸੀਂ ਹੋ ਇਲੈਕਸ਼ਨ ਲੜ ਰਹੇ ਹੋ, ਤੁਸੀਂ ਜੰਮ ਕੇ ਚੋਣ ਜ਼ਾਬਤੇ ਦਾ ਉਲੰਘਣ ਕੀਤਾ ਔਰ ਇੱਕ ਦਿਨ ਚਲੋ ਫੋਰਚੂਨੇਟ ਕਿ ਤੁਸੀਂ CM ਬਣ ਗਏ, ਠੀਕ ਹੈ, ਕੌਣ ਤੁਹਾਨੂੰ ਅੰਦਰ ਕਰੇਗਾ, ਕੌਣ ਤੁਹਾਨੂੰ ਅਦਾਲਤ 'ਚ ਸੱਦੇਗਾ? ਰੁਲ ਜਾਣੀ FIR। ਯੋਗੀ ਆਦਿੱਤਿਆਨਾਥ ਤੇ ਕਿੰਨੇ ਪਰਚੇ ਸੀਗੇ, ਔਰ ਐਸੇ ਪਰਚੇ ਸੀ ਜੇ ਕਿਸੇ ਆਮ ਸਿਵਿਲੀਅਨ ਤੇ ਉਹੋ ਜਿਹੇ ਪਰਚੇ ਦਰਜ ਹੁੰਦੇ ਤੇ ਹਿਸਟਰੀ ਸ਼ੀਟਰ ਹੁੰਦਾ, ਔਰ ਉਹਦਾ ਨੋਟਿਸ ਬੋਰਡ ਦੇ ਵਿੱਚ, ਥਾਣੇ ਦੇ ਨੋਟਿਸ ਬੋਰਡ ਦੇ ਵਿੱਚ ਨਾਂ ਹੁੰਦਾ ਕਿ ਜਿੱਥੇ ਵੀ ਇਹ ਬੰਦਾ ਵੇਖੋ ਇਹਨੂੰ 4 ਥੱਪੜੇ ਮਾਰ ਕੇ ਤੇ ਬੰਦ ਕਰੋ। ਸਮਝਦੇ ਹੋ ਨਾ ਮੈਂ ਕੀ ਕਹਿ ਰਿਹਾ? ਬਿਲਕੁਲ। ਪਰ ਉਹ ਬਣਿਆ ਕਿੱਧਰ ਗਏ ਪਰਚੇ? ਯੇਡੀਯੂਰੱਪਾ ਕਿੰਨੇ ਪਰਚੇ ਸੀ ਇਹਦੇ ਖਿਲਾਫ, ਸੰਗੀਤ ਸੋਮ, ਮੈਂ ਕਿੰਨੇ ਨਾਮ ਗਿਣਾ ਸਕਦਾ। ਆ ਰਵਨੀਤ ਬਿੱਟੂ ਤੇ ਪਰਚੇ ਸੀ। ਰਵਨੀਤ ਬਿੱਟੂ ਇੱਥੇ ਆਇਆ ਸੀ ਇੱਕ ਵਾਰੀ ਬਠਿੰਡੇ, ਆਪੋਜੀਸ਼ਨ 'ਚ ਸੀਗਾ, ਇਹਨਾਂ ਨੇ ਬਠਿੰਡੇ ਸੈਕਟਰੀਏਟ ਦੇ ਵਿੱਚ ਹੰਗਾਮਾ ਕੀਤਾ ਸੀ, ਪਰਚਾ ਅੱਜ ਤੱਕ ਚਾਰਜ ਸ਼ੀਟ ਹੀ ਨਹੀਂ ਦਾਖਲ ਹੋਈ ਮੇਰੇ ਖਿਆਲ ਦੇ ਨਾਲ। ਪਾਵਰ ਦੇ ਵਿੱਚ ਨੇ ਉਹ। ਸੋ ਗੱਲ ਇਹ ਹੈ ਕਿ ਕਰੋਗੇ ਕੀ? ਉਹ ਸਾਡਾ ਦਿਲ ਬਹਿਲਾਉਣ ਦਾ ਖਿਆਲ ਆ ਆ ਪਰਚੇ ਹੋ ਗਏ, ਸਾਡੇ ਅਖਬਾਰ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਖਬਰ ਬਣ ਗਈ, ਸਲੋਟ ਭਰਿਆ ਗਿਆ। ਇਸ ਤੋਂ ਬਾਅਦ ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ। ਕਿਉਂ ਦੇਖੋ, ਕਲਿਆਣ ਸਿੰਘ ਰਾਜਪਾਲ ਸੀ, ਸੰਵਿਧਾਨਕ ਅਹੁਦੇ ਤੇ, ਐਦੋਂ ਵੱਡਾ ਕਿਹੜਾ ਅਹੁਦਾ ਹੋਏਗਾ? ਪ੍ਰੈਜ਼ੀਡੈਂਟ ਦਾ ਹੀ ਰਹਿ ਗਿਆ। ਗਵਰਨਰ ਨੇ ਨਰਿੰਦਰ ਮੋਦੀ ਵਾਸਤੇ ਵੋਟ ਮੰਗ ਲਈ 2019 ਚ, ਕੀ ਕਾਰਵਾਈ ਹੋਈ? ਜਦ ਕਿ ਉਹਦੀ ਸਸਪੈਂਸ਼ਨ ਹੁੰਦੀ ਜਾਂ ਬਰਖਾਸਤਗੀ ਹੁੰਦੀ। ਸੰਵਿਧਾਨ ਇਹ ਕਹਿੰਦਾ ਹੈ ਕਿ ਸੰਵਿਧਾਨਕ ਅਹੁਦੇ ਤੇ ਬੈਠ ਕੇ ਕੋਈ ਵੀ ਬੰਦਾ ਵੋਟ ਨਹੀਂ ਮੰਗ ਸਕਦਾ। ਕੀ ਕਰ ਲਿਆ? ਇਹ ਤੇ ਮੈਂ ਕਹਿੰਦਾ ਹੁੰਦਾ ਕਿ ਚੋਣ ਕਮਿਸ਼ਨ ਬੋੜਾ ਬਘਿਆੜ ਜੇ, ਬਘਿਆੜ ਜ਼ਰੂਰ ਆ, ਦਹਿਸ਼ਤ ਬੜੀ ਆ, ਡਰ ਬੜਾ ਆ, ਪਰ ਜਦੋਂ ਚੱਕ ਮਾਰਦਾ ਨਾ ਹਵਾ 'ਚ ਹੀ ਰਹਿ ਜਾਂਦਾ ਉਹ। ਦਾਂਦੀ ਹੈ ਨਹੀਂ, ਬੋੜਾ ਹੈ। ਸੋ ਇਸ ਕਰਕੇ ਇਹ ਪਰਚੇ ਵਗੈਰਾ ਜਿਹੜੇ ਆ ਨਾ ਕੁਛ ਨਹੀਂ ਵਿਗਾੜ ਪਾਉਣਗੇ ਇਹਨਾਂ ਦਾ। ਤੇ ਮੇਰਾ ਤੇ ਮੰਨਣਾ ਇਹ, ਮੈਂ ਚੱਲ ਥੋੜੀ ਜਿਹੀ ਚੀਜ਼ ਜੋੜ ਦੇਣਾ, ਤੁਹਾਡਾ ਸਮਾਂ ਹੋ ਗਿਆ, ਇਸ਼ਾਰਾ ਤੁਹਾਡਾ ਕੈਮਰਾਮੈਨ ਕਰ ਰਿਹਾ ਕਿ ਬਸ ਕਰ। ਅੱਛਾ, ਗੱਲ ਇਹ ਆ ਕਿ ਦੇਖੋ ਇਸ ਮਾਮਲੇ ਦੇ ਵਿੱਚ ਹੋਣਾ ਇਹ ਚਾਹੀਦਾ ਹੈ ਕਿ ਤੁਸੀਂ ਇੱਕ ਡਰਾਈਵਿੰਗ ਲਾਇਸੈਂਸ ਰੱਖਦੇ ਹੋ, ਵਾਰ ਜੇ ਤੁਸੀਂ ਨਿਯਮ ਤੋੜਦੇ ਹੋ ਆਵਾਜਾਈ ਦੇ, ਕੀ ਤੁਹਾਨੂੰ ਪਤਾ ਕਿ ਤੁਹਾਡਾ ਲਾਇਸੈਂਸ ਕੈਂਸਲ ਹੋ ਜਾਂਦਾ ਹੈ? ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ। ਉਹੋ ਜਿਹਾ ਸਿਸਟਮ ਚਾਹੀਦਾ ਹੈ ਕਿ ਤੁਹਾਡੇ ਪੁਆਇੰਟ ਕੱਟੇ ਜਾਣਗੇ, ਜਿੰਨੇ ਤੁਹਾਡੇ ਤੇ ਮੁਕੱਦਮੇ ਦਰਜ ਹੋਣਗੇ, ਔਰ
ਦੱਸਿਆ ਜਾਏਗਾ ਸ਼੍ਰੇਣੀ 'ਚ ਕਿ ਤੁਸੀਂ ਕਿਸ ਲੈਵਲ ਦੇ ਹੋ। ਤੁਸੀਂ ਤਾਂ ਵਧੀਆ ਨਾਗਰਿਕ ਹੀ ਨਹੀਂ, ਵਧੀਆ ਲੀਡਰ ਕਿਉਂ ਹੋਵੋਗੇ? ਜੀ ਬਿਲਕੁਲ ਜੇ ਸਹੀ। ਬਾਹਰਲੇ ਦੇਸ਼ਾਂ 'ਚ ਸਿਸਟਮ ਹੈ ਨਾ ਹਾਂ। ਕਿ ਵਾਰ-ਵਾਰ ਤੁਸੀਂ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰੋ ਤੇ ਤੁਹਾਨੂੰ ਪੁਆਇੰਟ ਜਿਹੜੇ ਆ ਨਾ ਘਟਦੇ ਜਾਂਦੇ ਆ। ਸਾਡੇ ਇੱਥੇ ਕੋਈ ਵਿਵਸਥਾ ਹੀ ਨਹੀਂ, ਜਿੰਨੇ ਜ਼ਿਆਦਾ ਪਰਚੇ ਉਹਨਾਂ ਜ਼ਿਆਦਾ ਵੱਡਾ ਲੀਡਰ। ਬਿਲਕੁਲ ਸਹੀ, ਇਦਾਂ ਹੀ। ਕੋਈ ਇਹਨਾਂ ਨੂੰ ਨੁਕਸਾਨ ਹੀ ਨਹੀਂ ਹੁੰਦਾ ਪਰਚਿਆਂ ਦਾ। ਜੀ ਜੀ। ਬਲਾਤਕਾਰੀ ਇੱਥੇ, ਡਕੈਤੀ ਕਰਨ ਵਾਲੇ ਇੱਥੇ ਲੀਡਰ, ਕਤਲ ਕਰਨ ਵਾਲੇ ਇੱਥੇ ਲੀਡਰ। ਮੈਂ ਕਹਿੰਦਾ ਜੀ ਛੱਡੋ, ਐਸਾ ਗੰਦਾ ਕੰਮ ਕੋਈ ਹੈ ਹੀ ਨਹੀਂ ਜਿਹੜਾ ਇਹ ਨਹੀਂ ਕਰਦੇ। ਪਰ ਇੱਕ ਹੀ ਕੰਮ ਹੈ ਜਿਹੜਾ ਹੁੰਦਾ ਨਹੀਂ, ਕਿ ਇਹਨਾਂ ਤੇ ਕਾਰਵਾਈ ਹੁੰਦੀ ਨਹੀਂ। ਕਿਤੇ ਵਿਰਲੇ ਤੇ ਹੋ ਜਾਵੇ। ਜੀ ਜੀ, ਸ਼ੁਕਰੀਆ ਮਿੰਟੂ ਜੀ, ਬਹੁਤ ਧੰਨਵਾਦ। ਤੇ ਅੱਜ ਅਸੀਂ ਇਹ ਕਾਫਲਾ ਇੱਥੇ ਰੋਕਾਂਗੇ, ਫਿਰ ਮਿਲਾਂਗੇ ਇਹਦੇ ਬਾਰੇ ਭਵਿੱਖ ਦੇ ਗਰਭ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ। ਜਿੰਨਾ ਨਿਭਿਆ ਸਾਥ ਤੁਹਾਡੇ ਨਾਲ ਬਹੁਤ ਖੂਬ ਨਿਭਿਆ, ਔਰ ਸਾਰਿਆਂ ਲਈ ਅਰਦਾਸ ਜੋਦੜੀ ਬੇਨਤੀ ਹੈ ਜੀ ਕਿ ਭਾਈ ਜਿਉਂਦੇ ਵਸਦੇ ਰਹੋ। ਜੀ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਆਪਾਂ CPC TV ਦੇ ਇਸ ਖਾਸ ਪ੍ਰੋਗਰਾਮ ਟੀਕਾ ਟਿੱਪਣੀ ਦਾ ਕਾਫਲਾ ਆਪਣੇ ਸਾਰਿਆਂ ਦਾ ਇੱਥੇ ਰੋਕਾਂਗੇ ਫਿਲਹਾਲ ਦੀ ਘੜੀ। ਬਹੁਤ ਜਲਦ ਮੁਲਾਕਾਤ ਹੋਵੇਗੀ, ਇਸ ਚੀਜ਼ ਤੇ ਆਸਵੰਦ ਹੈ। ਪਰ ਹਾਂ, CPC TV ਦੀਆਂ ਹੋਰ ਪੇਸ਼ਕਸ਼ ਤੁਹਾਡੇ ਸਨਮੁਖ ਹੁੰਦੀਆਂ ਰਹਿਣਗੀਆਂ। ਜਲਦ ਮੁਲਾਕਾਤ ਹੋਵੇਗੀ, ਇਸੇ ਆਸ ਦੇ ਵਿੱਚ ਵਿਦਾ ਲੈਂਦੇ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।